ਖਾਲਸਾ ਜੀ, ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਬਾਂਧ ਉਦਤ ਕਿਉ ਪਾਰ ਪਧਾਰੇ। ਲੰਕ ਬਿਖੈ ਕਿਉ ਦੈਤ ਸ਼ਿੰਗਾਰੇ। ਸਰਬ ਪਰ ਸੰਗ ਸੁਨਾਵੋ ਮੋਹੀ। ਰਾਵ ਰਤੇ ਕੁਛ ਗੁਪਤ ਨ ਹੋਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਸਾਰਿਆਂ ਦੀ ਯਾਤਰਾ ਸਫਲ ਕਰਨ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਜੀ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਕਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ ਰੂਮ ਵਲਾਇਤ ਦੇਸ਼ ਤੋਂ ਬਾਅਦ ਦੋ ਦੇਸ਼ਾਂ ਵਿੱਚ ਸਤਿਗੁਰੂ ਗਏ ਸਨ। ਉੱਥੋਂ ਦੇ ਲੋਕਾਂ ਨੂੰ ਪਾਪ ਕਰਨ ਤੋਂ ਕੁਕਰਮ ਕਰਨ ਤੋਂ ਰੋਕਿਆ ਔਰ ਉਹਨਾਂ ਨੂੰ ਧਰਮ ਦਾ ਉਪਦੇਸ਼ ਦਿੱਤਾ। ਉਹਨਾਂ ਨੂੰ ਪਰਮਾਤਮਾ ਦੀ ਭਾਉ ਭਾਵਨੀ ਦੇ ਵਿੱਚ ਕਿਰਤ ਕਰਨ ਦਾ, ਨਾਮ ਜਪਣ ਦਾ, ਵੰਡ ਛਕਣ ਦਾ ਉਪਦੇਸ਼ ਦ੍ਰਿੜ ਕਰਾਇਆ।
इत्थों जदों सतगुरु अगे तुरे ने तो सतगुरु दे सेवादारां ने इच्छा प्रगट की कि महाराज वो देश जिथे राक्षसां दा राज सी लंका दे विच और उस देश जान वास्ते जिहड़े त्रेते दे अवतार सन श्री रामचंद्र जिन्हां ने ये जिहड़ी बांदर सैना सी उन्हां दे कोलों पुल बनवाया, फिर उत्थे जाके जिहड़ा राक्षसां दा श्री रामचंद्र ने वध कीता महाराज, उहदी कथा जिहड़ी है श्री नानक बोले बचन सुनो मर्दाने गात, रामचंद्र आए इहाँ बांदर दल ले साथ। सतगुरु कहन लगे मर्दानिया सुन, इत्थे श्री रामचंद्र बांदरां दी फौज लैके आए सन ते भाई मरदाना जी चाहते सन कि सरब सुनावो मुझे प्रसंगा, भूत भविख लखो सरबंगा। भूत बीतिया होया समा, भविख जिन्हों असी फ्यूचर कहने आने वाला समा। दाता उदा मैनू सारा प्रसंग सुनाओ। तो सतगुरु इत्थे उपदेश दसदे ने कि किवें समुंदर ते पुल बनिया। इहदे विचों जिहड़ी गल सानू सीखण वास्ते मिली, क्योंकि ये सारी कथा सनातन मत की कथा है, पर इहदे विचों एक गल सानू जरूर देर होई कि श्री रामचंद्र नालों भी उन्हां दा नाम जिहड़ा है वो वड्डा है। आम भी तुसी वेखोगे कोई भी व्यक्ति है, तुसी उन्हों मिलो, तुसी प्रधानमंत्री नूं मिल लो, की मिलेगा? कुछ भी नहीं। वध तो वध की होएगा? तुसी चाह पी लोगे, बिस्कुटां नाल पकौड़े खा लोगे, फोटो खिंचा लोगे, उस फोटो नाल भी कुछ नहीं होना। हुण जदों तुसी उहदा नाम वरतोगे भी मेरी तो मोदी तक चलती है, अगला कहूगा भी बड़ा वड्डा बंदा है भाई ये तो। रब नालों भी रब दा नाम वड्डा है, भगत नालों भी भगत दा नाम वड्डा है। ये कथा आपां ने कल दृढ़ कीती सी। फिर भाई मरदाना कहन लगे महाराज श्री रामचंद्र लंका लैन की गए सन। इथों अज की कथा आरंभ है कि सुन मरदाना बूझन लागा, रघुबर कथा सुनन अनुरागा। कहन लगा जी मैनू रघुबर दी श्री रामचंद्र की कथा सुनाओ। हाँ जी। उदत क्यों पार पधारे, लंक बिखह क्यों दहत शिंगारे। बांध उदद क्यों पार पधारे, समुंदर दे उत्ते पुल क्यों बनिया, फिर उस पुल नूं पार करने की जरूरत क्यों पई। लंक बिखे क्यों दैत संगारे, रावण जां उहदे जिहड़े साथी सी
ਉਹਨਾਂ ਨੂੰ ਮਾਰਨ ਦਾ ਕੀ ਕਾਰਨ ਹੋਇਆ? ਕਿਉਂਕਿ ਹਰ ਘਟਨਾ ਦਾ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ। ਬਿਨਾਂ ਕਾਰਨ ਕੋਈ ਘਟਨਾ ਘਟਦੀ ਨਹੀਂ। ਹਰ ਚੀਜ਼ ਦਾ ਕੋਈ ਨਾ ਕੋਈ ਰੀਜਨ, ਜਿਹਨੂੰ ਆਪਾਂ ਕਹਿੰਦੇ ਕਾਰਨ, ਜਿਹਨੂੰ ਆਪਾਂ ਕਹਿੰਦੇ ਆ, ਇਹ ਜ਼ਰੂਰ ਹੁੰਦਾ ਹੈ। ਹਾਂਜੀ। ਸਰਬ ਪਰ ਸੰਗ ਸੁਣਾਵੋ ਮੋਹੀ, ਰਾਵ ਰਤੇ ਕੁਛ ਗੁਪਤ ਨਾ ਹੋਈ। ਕਹਿਣ ਲੱਗਾ ਜੀ ਸਾਰੀ ਕਥਾ ਸੁਣਾਓ। ਦਾਤਾ ਤੁਹਾਡੇ ਤੋਂ ਕੀ ਗੁਪਤ ਹੋ ਸਕਦਾ ਹੈ? ਤੁਹਾਡੇ ਤੋਂ ਕਿਹੜੀ ਗੁੱਝੀ ਛੰਨੀ ਬਾਤ ਹੋ ਸਕਦੀ ਹੈ? ਹਾਂਜੀ। ਸੁਣ ਕਹਿ ਬੋਲੇ ਪਰਮ ਪਰਬੀਨਾ, ਇੱਕ ਦਸ ਰਥ ਨ੍ਰਿਪੁ ਤੋ ਕੁਲੀਨਾ। ਤਦੋਂ ਫਿਰ ਸਤਿਗੁਰੂ ਨੇ ਸਮਝਾਇਆ ਕਿ ਮਰਦਾਨਿਆ, ਇੱਕ ਰਾਜਾ ਹੁੰਦਾ ਸੀ, ਜਿਸ ਰਾਜੇ ਦਾ ਨਾਮ ਸੀ ਦਸ਼ਰਥ। ਹਾਂਜੀ। ਤ੍ਰੈ ਰਾਣੀ ਤੇ ਲੀਨ ਬਿਆਹੀ, ਕੌਸਲਿਆ ਕਹਿ ਕੀ ਆਹੀ। ਇਸ ਰਾਜੇ ਦਸ਼ਰਥ ਦੇ 3 ਵਿਆਹ ਸਨ। ਇਸ ਰਾਜੇ ਦਸ਼ਰਥ ਦੀਆਂ 3 ਰਾਣੀਆਂ ਸਨ, ਔਰ ਉਹਨਾਂ ਦੇ ਵਿੱਚੋਂ ਜਿਹੜੀ ਪਹਿਲੀ ਉਹ ਕੁਸ਼ਲਿਆ ਸੀ, ਦੂਜੀ ਜਿਹੜੀ ਸੀ ਉਹ ਕਕਈ ਸੀ। ਹਾਂਜੀ। ਬਹੁਰਸ ਮਿਤਰਾ ਜਾਨੋ ਨਾਰੀ, ਤਿਨ ਤੇ ਜਨਮਤ ਬਹੁਰਸ ਮਿਤਰਾ ਜਾਨੋ ਨਾਰੀ, ਤਿਨ ਤੇ ਜਨਮਤ ਭੇ ਸੁਤ ਚਾਰੀ। ਕੁਸ਼ਲਿਆ ਤੋਂ ਬਾਅਦ ਕਕਈ, ਕਕਈ ਤੋਂ ਬਾਅਦ ਸੁਮਿਤਰਾ। ਇਹ 3 ਰਾਜੇ ਦੀਆਂ ਰਾਣੀਆਂ ਸਨ। 3 ਤੇ ਜਨਮਤ ਭੇ ਸੁਤ ਚਾਰੀ। 3 ਰਾਣੀਆਂ ਤੋਂ ਇਸ ਰਾਜੇ ਦਸ਼ਰਥ ਦੇ ਘਰ 4 ਪੁੱਤਰ ਜਨਮ ਲੈਂਦੇ ਨੇ। 4 ਪੁੱਤਰਾਂ ਦਾ ਜਨਮ ਹੁੰਦਾ ਹੈ। ਹਾਂਜੀ। ਜੀ ਛਟ ਕੌਸਲਿਆ ਤੇ ਰਾਮੂ, ਕਿ ਕਹੀ ਕੇਰ ਭਰਤ ਭਾ ਨਾਮੂ। ਜਿਹੜੀ ਵੱਡੀ ਕੁਸ਼ਲਿਆ ਸੀ, ਉਹਦੇ ਤੋਂ ਸ਼੍ਰੀ ਰਾਮਚੰਦਰ ਪੈਦਾ ਹੋਏ। ਜਿਹੜੀ ਕਕਈ ਸੀ, ਉਹਦੇ ਤੋਂ ਭਰਤ ਪੈਦਾ ਹੋਏ। ਲਛਮਨ ਬਹੁਰ ਸ਼ਤਰ ਘਨ ਜੋ, ਜਨੇ ਸੁਮਿਤਰਾ ਨੰਦਨ ਦੋ। ਲਕਸ਼ਮਣ ਤੇ ਸ਼ਤਰੂਘਨ, ਇਹ 2 ਸੁਮਿਤਰਾ ਦੇ ਪੁੱਤਰ ਸਨ, ਛੋਟੀ ਰਾਣੀ ਦੇ ਬੇਟੇ ਸਨ। ਕਾਮ ਸਮਾਨ ਰੂਪ ਜਿਨ ਕੇਰੇ, ਖੇਲਤ ਹੋਤ ਸਰੀਰ ਬਡੇਰੇ। ਸੁੰਦਰ ਬਹੁਤ ਸਨ। ਜਿਹੜਾ ਸੁੰਦਰਤਾ ਦਾ ਦੇਵਤਾ ਮੰਨਿਆ ਗਿਆ, ਉਹ ਕਾਮ ਨੂੰ ਮੰਨਿਆ ਗਿਆ, ਕਾਮ ਦੇਵਤਾ। ਇਉਂ ਮਾਨੋ ਕਿ ਕਾਮ ਦੇਵਤੇ ਦੀ ਸਾਰੀ ਸੁੰਦਰਤਾ ਰੱਬ ਨੇ ਇਹਨਾਂ 4 ਬੱਚਿਆਂ ਦੇ ਵਿੱਚ ਪਾਈ ਹੋਈ ਸੀ। ਹੌਲੀ ਹੌਲੀ ਇਹ ਬੱਚੇ ਖੇਡਦੇ ਪਲਦੇ ਵੱਡੇ ਹੁੰਦੇ ਨੇ, ਜਵਾਨ ਹੁੰਦੇ ਨੇ। ਹਾਂਜੀ। ਵਿਸਵਾਮ੍ਰਿਤ ਹੁਤੋ ਮੁਨ ਰਾਈ, ਜਗ ਕਰਨ ਤਿਨ ਸੌਜ ਬਣਾਈ। ਜਿਹੜੇ ਵਿਸ਼ਵਾਮਿੱਤਰ ਜੀ ਸਨ, ਉਹਨਾਂ ਨੇ ਵਿਉਂਤ ਬਣਾਈ ਕਿ ਜਗ ਕੀਤਾ ਜਾਏ। ਜਿਵੇਂ ਅੱਜ ਆਪਾਂ ਕਹਿੰਦੇ ਜੀ ਅਖੰਡ ਪਾਠ ਕਰਾਈਏ। ਸਾਡੇ ਬਜ਼ੁਰਗਾਂ ਵਿੱਚ ਅਖੰਡ ਪਾਠ ਜਿਹੜਾ ਸੀ, ਉਹ ਇੱਕ ਜਗ ਵਰਗਾ ਇੱਕ ਕਾਰਜ ਹੁੰਦਾ ਸੀ। ਹੁਣ ਤੇ ਲੜੀਆਂ ਚੱਲ ਪਈਆਂ, ਥਾਂ ਥਾਂ ਤੇ ਪਾਠ ਸ਼ੁਰੂ ਹੋ ਗਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਆਮ ਛਪਣੇ ਮਿਲਣੇ ਸ਼ੁਰੂ ਹੋ ਗਏ। ਹਰ ਥਾਂ ਤੇ ਪਾਠੀ ਸਿੰਘ ਅਵੇਲੇਬਲ ਹੋ ਗਏ, ਮੌਜੂਦ ਹੋ ਗਏ। ਨਹੀਂ ਤਾਂ ਕਈ ਪਿੰਡਾਂ ਵਿੱਚ ਗੁਰਦੁਆਰਾ ਨਹੀਂ ਸੀ ਹੁੰਦਾ। ਹੁਣ ਗੁਰਦੁਆਰੇ ਲਈ ਗੁਰੂ ਗ੍ਰੰਥ ਸਾਹਿਬ ਦਾ ਹੋਣਾ ਜ਼ਰੂਰੀ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਠਨ ਪਾਠਨ ਵਾਸਤੇ, ਸੇਵਾ ਸੰਭਾਲ ਵਾਸਤੇ ਕਿਸੇ ਦਾ ਗ੍ਰੰਥੀ ਸਿੰਘ ਹੋਣਾ ਵੀ ਜ਼ਰੂਰੀ। ਤੇ
ਉਦੋਂ ਜਦੋਂ ਲੋਕ ਬਹੁਤੇ ਪੜ੍ਹੇ ਲਿਖੇ ਨਹੀਂ ਸੀ ਹੁੰਦੇ, ਹਰ ਵਿਅਕਤੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਨਹੀਂ ਸੀ ਕਰ ਸਕਦਾ, ਸੰਭਾਲ ਸੇਵਾ ਨਹੀਂ ਸੀ ਕਰ ਸਕਦਾ। ਫਿਰ ਜਦੋਂ ਕਦੇ ਅਖੰਡ ਪਾਠ ਹੁੰਦਾ ਸੀ ਤੇ ਕਈ ਪਿੰਡਾਂ ਦੇ ਲੋਕ ਉਸ ਘਰ ਇਕੱਠੇ ਹੋ ਜਾਂਦੇ ਸੀ ਜਿੱਥੇ ਪਾਠ ਹੁੰਦਾ ਸੀ। ਬੜੀ ਸੁਚਮਤਾ ਰੱਖੀ ਜਾਣੀ, ਬੜਾ ਸਮਾਂ ਕੱਢ ਕੇ ਹਾਜ਼ਰੀ ਭਰੀ ਜਾਣੀ, ਔਰ ਉਸ ਪਾਠ ਦਾ ਬੜਾ ਵੱਡਾ ਪੁੰਨ ਫਲ ਮੰਨਿਆ ਜਾਂਦਾ ਸੀ। ਹੁਣ ਇਹ ਜਦੋਂ ਹੌਲੀ ਹੌਲੀ ਪਿੰਨ ਡਰਾਈਵ ਤੱਕ ਆ ਗਿਆ ਤਾਂ ਫਿਰ ਤੇ ਉਹ ਲੋਕ ਜਾਣੇ ਇਹ ਗੀਤ ਹੈ। ਪਾਠ ਦੀ ਕੀਮਤ ਅਸੀਂ ਇੱਥੇ ਲਿਆ ਕੇ ਖੜੀ ਕਰ ਦਿੱਤੀ ਵੀ ਇਹ ਤੇ ਇੱਕ ਗੀਤ ਹੀ ਹੈ, ਕੋਈ ਵੀ ਗਾ ਸਕਦਾ ਹੈ। ਇੱਕ ਵੇਲਾ ਸੀ ਜਿਵੇਂ ਹਿੰਦੂਆਂ ਵਿੱਚ ਜਗ ਦਾ ਮਹਾਤਮ ਤੇ ਪੁੰਨ ਫਲ ਸੀ, ਇਵੇਂ ਸਾਡੇ ਸਿੱਖਾਂ ਦੇ ਵਿੱਚ, ਕਿਉਂਕਿ ਸਾਡੇ 'ਚ ਜਗ ਤਾਂ ਹੈ ਨਹੀਂ, ਸਾਡੇ ਵਿੱਚ ਤੇ ਹਰ ਦੁੱਖ ਸੁੱਖ ਦੇ ਵਿੱਚ ਬਾਣੀ ਪੜ੍ਹੀ ਜਾਂਦੀ ਹੈ ਤੇ ਪਾਠ ਹੀ ਸਭ ਤੋਂ ਵੱਡਾ ਪੁੰਨ ਫਲ ਮੰਨਿਆ ਜਾਂਦਾ। ਤੋ ਸਨਾਤਨ ਮਤ ਦੇ ਵਿੱਚ ਜਗ, ਹਵਨ, ਤਪ, ਇਹ ਬਹੁਤ ਸਾਰੀਆਂ ਰਹੁ ਰੀਤਾਂ, ਬੜੇ ਸਾਰੇ ਧਰਮ ਕਰਮ ਮੰਨੇ ਗਏ ਨੇ। ਜਿਹੜੇ ਵਿਸ਼ਵਾਮਿੱਤਰ ਮੁਨੀ ਸਨ, ਉਹਨਾਂ ਨੇ ਸੋਚਿਆ ਕਿ ਮੈਂ ਜਗ ਕਰਾਂ, ਬਹੁਤ ਵੱਡਾ ਕੋਈ ਪੁੰਨ ਦਾ ਕਰਮ ਕਰਾਂ। ਹਾਂਜੀ। ਬਿਗਨ ਕੀਨ ਤਬ ਦੈਤਨ ਆਈ, ਮਖ ਕਰਨੇ ਤੇ ਦੀਨ ਹਟਾਈ। ਪਰ ਵਿਸ਼ਵਾਮਿੱਤਰ ਜੀ ਨੇ ਸੌਜ ਸਮੱਗਰੀ ਮੰਗਾ ਲਈ, ਜਗ ਕਰਨਾ ਸ਼ੁਰੂ ਕਰ ਦਿੱਤਾ। ਪਰ ਇੰਨੇ ਨੂੰ ਕੀ ਹੋਇਆ, ਰਾਖਸ਼ ਆਏ, ਉਹਨਾਂ ਨੇ ਵਿਘਨ ਪਾ ਦਿੱਤਾ। ਉਹਨਾਂ ਨੇ ਵਿਸ਼ਵਾਮਿੱਤਰ ਜੀ ਦਾ ਜਗ ਸੰਪੂਰਨ ਨਹੀਂ ਹੋਣ ਦਿੱਤਾ। ਉਹਦੀ ਜੋ ਵਿਧੀਵਤ ਮਰਿਆਦਾ ਸੀ ਉਹਦੇ ਵਿੱਚ ਉਹਨਾਂ ਨੇ ਖਲਲ ਪੈਦਾ ਕਰ ਦਿੱਤਾ ਰਾਖਸ਼ਾਂ ਨੇ। ਹਾਂਜੀ। ਬੈਠ ਮੁਨੀਸੁਰ ਕੀਨੋ ਧਿਆਨਾ, ਜਗਤ ਸਰਬ ਬਿਰਤੰਤ ਪਛਾਨਾ। ਇਹ ਜਿਹੜੇ ਵਿਸ਼ਵਾਮਿੱਤਰ ਜੀ ਸਨ, ਉਹ ਧਿਆਨ ਲਾ ਕੇ ਬਹਿ ਗਏ, ਸਮਾਧੀ 'ਚ ਬਹਿ ਗਏ ਵੀ ਇਹ ਜਗ ਸੰਪੂਰਨ ਕਿਉਂ ਨਹੀਂ ਹੋਇਆ, ਇਹਦੇ 'ਚ ਵਿਘਨ ਕਿਉਂ ਪਿਆ, ਇਹਨੂੰ ਖੰਡਿਤ ਕਿਸ ਨੇ ਕੀਤਾ। ਉਹਦੇ ਵਿੱਚ ਫਿਰ ਉਹਨਾਂ ਦੇ ਜਿਹੜੀ ਧਿਆਨ ਵਿੱਚ ਗੱਲ ਆਉਂਦੀ ਹੈ। ਹਾਂਜੀ। ਰਾਵਣ ਤੇ ਦੇਵਨ ਦੁਖ ਪਾਈ, ਗਏ ਅਕਾਲ ਪੁਰਖ ਸ਼ਰਨਾਈ। ਇਹ ਜਿਹੜੇ ਰਾਵਣ ਦੇ ਬੰਦੇ ਛੱਡੇ ਹੋਏ ਸਨ ਰਾਖਸ਼, ਉਹਨਾਂ ਨੇ ਦੇਵਤਿਆਂ ਨੂੰ ਦੁੱਖ ਦੇਣਾ ਸ਼ੁਰੂ ਕੀਤਾ ਹੋਇਆ। ਫਿਰ ਕੀ ਹੋਇਆ, ਜਿਹੜੇ ਵਿਸ਼ਵਾਮਿੱਤਰ ਜੀ ਸਨ, ਕਹਿੰਦੇ ਉਹ ਰੱਬ ਦੇ ਕੋਲ ਗਏ, ਉਹਦੀ ਦਰਗਾਹ ਵਿੱਚ ਉਹਨਾਂ ਨੇ ਫਰਿਆਦ ਕੀਤੀ। ਹਾਂਜੀ। ਭਾਖ ਪ੍ਰਸੰਸਾ ਬਿਨਤੀ ਕੀਨੀ, ਸ਼੍ਰੀ ਕਰਤਾਰ ਸਰਬ ਜਬ ਚੀਨੀ। ਆਖਿਆ ਵੀ ਮਹਾਰਾਜ ਧਰਤੀ ਦਾ ਹਾਲ ਤੇ ਬਹੁਤ ਮਾੜਾ ਹੈ, ਅਗਰ ਅੱਜ ਮੈਂ ਜਗ ਨਹੀਂ ਕਰ ਸਕਿਆ ਤੇ ਆਮ ਆਦਮੀ ਤੇ ਕੋਈ ਧਰਮ ਕਰਮ ਕਰ ਹੀ ਨਹੀਂ ਸਕੇਗਾ। ਦੇਖੋ, ਇਹ ਜਿਹੜੀਆਂ ਕਥਾਵਾਂ ਦੇ ਵਿੱਚ ਵੱਖਰੇ ਵੱਖਰੇ ਧਰਮਾਂ ਦੇ ਪ੍ਰਸੰਗ ਆਉਂਦੇ ਨੇ, ਇਹਦੇ ਤੋਂ ਬਿਨਾਂ ਵੀ ਆਪਾਂ ਵੇਖਿਆ ਕਿ ਜਦੋਂ ਮੁਗਲਿਆ ਸਲਤਨਤ ਸੀ ਉਦੋਂ ਵੀ ਇੱਦਾਂ ਹੀ ਸੀਗਾ। ਕੋਈ ਤੀਰਥਾਂ ਦੇ ਇਸ਼ਨਾਨ ਨਹੀਂ ਸੀ ਕਰ ਸਕਦਾ, ਕੋਈ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਸੀ ਕਰ ਸਕਦਾ, ਕੋਈ ਮੰਦਿਰ ਨਹੀਂ ਸੀ ਬਣਾ ਸਕਦਾ। ਕੋਈ ਬਣਾਉਂਦਾ ਸੀ ਮੰਦਿਰ ਤੇ ਢਾਹ ਦਿੱਤੇ ਜਾਂਦੇ ਸੀ, ਮੰਦਿਰ ਹੀ ਢਾਹ ਦਿੱਤੇ ਜਾਂਦੇ ਸੀ। ਇਸਲਾਮ ਦਾ ਜਿਹੜਾ ਸਮਾਂ ਸੀ ਉਹ ਕੋਈ ਬਹੁਤਾ ਵਧੀਆ ਨਹੀਂ ਸੀ। ਅਸਲ ਵਿੱਚ ਉਹਦਾ ਕਾਰਨ ਉਹੀ ਸੀ ਜਿਹੜਾ ਅੱਜ ਹੈ। ਅੱਜ ਵੀ ਤੁਸੀਂ ਵੇਖੋ ਕਿ ਜਿਹੜੇ ਅੱਜ ਦੇ ਹਾਕਮ ਨੇ, ਜੇ ਆਪਾਂ ਕਹੀਏ ਵੀ ਇਹ ਹਿੰਦੂ ਨੇ, ਇਹ ਹਿੰਦੂ ਨਹੀਂ ਹੈ। ਕੀ ਇਹ ਮੱਥੇ ਤੇ ਤਿਲਕ ਲਾਉਂਦੇ ਨੇ? ਪਤਾ ਕਰੋ ਕਿਹੜਾ
ਮਿਨਿਸਟਰ ਹੈ ਜਿਹੜਾ ਮੱਥੇ ਤੇ ਤਿਲਕ ਲਾਉਂਦਾ ਹੋਵੇ, ਕੀ ਇਹ ਜਨੇਊ ਪਾਉਂਦੇ ਨੇ, ਕੀ ਇਹ ਧੋਤੀ ਬੰਨ੍ਹਦੇ ਨੇ ਤੇ ਪੈਂਟ ਕੋਟ ਪਾਈ ਫਿਰਦੇ ਨੇ 1.5 ਕਰੋੜ ਦਾ? ਕੀ ਇਹ ਰੋਜ਼ ਗਾਇਤਰੀ ਦਾ ਜਾਪ ਕਰਦੇ ਨੇ? ਕੀ ਸਵੇਰੇ ਉੱਠ ਕੇ ਇਹ ਸੂਰਜ ਨੂੰ ਪਾਣੀ ਦਿੰਦੇ ਨੇ? ਕੀ ਇਹ ਦੇਵਤਿਆਂ ਦੀ ਮੰਦਿਰ ਵਿੱਚ ਜਾ ਕੇ ਪੂਜਾ ਅਰਚਾ ਕਰਦੇ ਨੇ? ਨਾ। ਪਬਲਿਕ ਨੂੰ, ਸਮਾਜ ਨੂੰ, ਦੁਨੀਆ ਨੂੰ ਭਰਮਾਇਆ ਜਾ ਰਿਹਾ ਕਿ ਹਿੰਦੂ ਰਾਸ਼ਟਰਵਾਦ ਹੋਣਾ ਚਾਹੀਦਾ। ਜੇ ਆਪਾਂ ਇਹਨੂੰ ਦੂਜੇ ਸ਼ਬਦਾਂ 'ਚ ਕਹੀਏ ਤੇ ਮੁਗਲ ਵੀ ਤੇ ਇਦਾਂ ਹੀ ਕਰਦੇ ਸੀ। ਮੁਗਲ ਕੀ ਕਰਦੇ ਸੀ? ਜਿੰਨੇ ਮੁਗਲ ਬਾਦਸ਼ਾਹ ਹੋਏ ਨੇ, ਕਿ ਉਹ ਰੋਜ਼ ਕੁਰਾਨ ਸ਼ਰੀਫ ਪੜ੍ਹਦੇ ਸੀ? ਕਿ ਹੱਕ ਹਲਾਲ ਦੀ ਰੋਟੀ ਖਾਂਦੇ ਸੀ? ਇਸਲਾਮ ਦੇ ਵਿੱਚ ਕੀ ਜ਼ੁਲਮ ਜਿਹੜਾ ਹੈ, ਕੀ ਇਹ ਵਾਜਬ ਹੈ? ਨਹੀਂ। ਫਿਰ ਉਹ ਕਿਉਂ ਕਰਦੇ ਸੀ? ਇਹਨੂੰ ਕਹਿੰਦੇ ਨੇ ਹਾਥੀ ਕੇ ਦਾंत, ਦਿਖਾਣੇ ਕੋ ਔਰ ਖਾਣੇ ਕੋ ਔਰ। ਇੱਕ ਵੇਲਾ ਸੀ ਜਦੋਂ ਹਿੰਦੁਸਤਾਨ ਦੇ ਵਿੱਚ ਇੱਦਾਂ ਦੇ ਪੱਤੇ ਵੀ ਖੇਡੇ ਗਏ, ਕਦੇ ਬੋਲੀ ਦੇ, ਕਦੇ ਜਾਤ ਦੇ, ਹੁਣ ਧਰਮ ਦੇ ਨਾਂ ਤੇ ਖੇਡਿਆ ਜਾ ਰਿਹਾ। ਮਤਲਬ ਅਜੀਬੋ ਗਰੀਬ ਸ਼ਬਦ ਆਪਾਂ ਸੁਣੇ ਨੇ ਕਿ ਜਿਹੜਾ ਹੁਣ ਇੱਧਰ ਵੋਟ ਪਾਏਗਾ ਉਹ ਰਾਮਜ਼ਾਦਾ ਹੋਏਗਾ, ਜਿਹੜਾ ਨਹੀਂ ਪਾਏਗਾ ਉਹਦੇ ਲਈ ਉਲਟਾ ਸ਼ਬਦ, ਪੁੱਠਾ ਸ਼ਬਦ ਬੋਲਿਆ ਗਿਆ। ਉਹ ਆਪਾਂ ਇੱਥੇ ਬੈਠ ਕੇ ਬੋਲ ਵੀ ਨਹੀਂ ਸਕਦੇ। ਕੀ ਪੁੱਛਿਆ ਜਾਏ ਵੀ ਧਰਮ ਇਹੀ ਕਹਿੰਦਾ ਹੈ ਕਿ ਤੁਸੀਂ ਸਟੇਜ ਤੇ, ਟੀਵੀ ਤੇ ਬਹਿ ਕੇ ਜ਼ਹਿਰ ਉਗਲੋਗੇ ਤੇ ਧਰਮ ਪੱਕਾ ਹੋਏਗਾ? ਨਹੀਂ। मजहब नहीं सिखाता आपस में बैर रखना। देखो, जे आप कहिए जी मुसलमान, मुसलमान तो अकबर भी सी, कला रंगजेब तो मुसलमान नहीं सीगा। जहांगीर दा प्यो अकबर जिहड़ा वो मुसलमान नहीं सी, वो भी मुसलमान सी। कि कला वजीर खां सूबा ही मुसलमान है, मलेरकोटले का नवाब भी मुसलमान है। जिहड़ा मोहम्मद शेर खां है, कि वो मुसलमान नहीं? कि नबी खां, गनी खां मुसलमान नहीं? ये एक वक़्त ਜਿਹੜਾ ਹਰ ਵੇਲੇ ਇਸੇ ਤਰ੍ਹਾਂ ਹੀ ਇਹ ਆਪਣੇ ਆਪ ਨੂੰ ਦੁਹਰਾਉਂਦਾ ਹੈ। ਵਿਸ਼ਵਾਮਿੱਤਰ ਜੀ ਨੇ ਵੇਖਿਆ ਵੀ ਜਿਹੜੇ ਰਾਵਣ ਦੇ ਦੈਂਤ ਨੇ ਉਹ ਦੇਵਤਿਆਂ ਨੂੰ ਦੁੱਖ ਦਿੰਦੇ ਨੇ, ਉਹ ਧਰਮ ਕਰਮ ਵੀ ਨਹੀਂ ਕਰਨ ਦਿੰਦੇ। ਉਹ ਜੇ ਕੋਈ ਰੱਬ ਦੀ ਭਗਤੀ ਕਰਨ ਲੱਗੇ ਤੇ ਉਹਦੇ ਵਿੱਚ ਵੀ ਆ ਕੇ ਕੋਈ ਨਾ ਕੋਈ ਅੜੰਗਾ ਪਾਉਂਦੇ ਨੇ, ਕੋਈ ਨਾ ਕੋਈ ਅੜਿੱਕਾ ਢਾਹ ਦਿੰਦੇ ਨੇ। तो विश्वामित्र जी ने बेनती की भी परमात्मा कोई उपाय करो इन्हां राक्षसां दा। हाँ जी। तब श्री विष्णु तरियो अवतारा, दैंत सरब को करे शिंगारा। तदों फिर ये विष्णु जी दे अवतार श्री रामचंद्र जी दा जन्म होया। उस वक्त ये वखरे वखरे अवतार होए ने। समय समय अवतार जेड़े सी विष्णु जी ने कई अवतार धारण किए, इस सनातन मत दे विच मन्निया गया है। हाँ जी। कर कह ध्यान लखियो अस जब ही, अयो अयोध्या मुनवर तब ही। फिर ये जेड़े विश्वामित्र जी सन, ये अयोध्या विच आए। उन्होंने पता लग्या कि जेड़े विष्णु जी दे अवतार ने उन्हां दा जन्म इत्थे होया। हाँ जी। नृप ने सन्मानियो कर बंदन, कीनो जाचन जेष्ठ नंदन। राजे दशरथ ने विश्वामित्र जी का बड़ा सन्मान किया। तो विश्वामित्र कहन लगा जी मैनू अपना वड्डा पुत्र दिओ।
मैनू लोड़ है इहदी। इथों इदां लगदा है कि शायद दशरथ नूं नहीं सी पता कि जिहड़ा उहदा वड्डा पुत्र है वो अवतारी पुरख है। हाँ जी। ले नृपते रघु बर बरियाई आश्रम गमने हरख बड़ाई। ये जिहड़ा विश्वामित्र सी ये रामचंद्र जी नूं लैके अपने आश्रम दे विच चला गया, बड़ा खुश कि मेरे घर मेरे आश्रम दे विच विष्णु जी दे अवतार आए ने। मार्ग बिखे तारका मारी दोए दैंत आए बल पारी। रस्ते दे विच तारका जिहड़ी सी, ताड़का भी उहनूं कह दिंदे आपां, पहला उहदा वध कीता गया। उहदी मदद दे विच दो राक्षस आउंदे ने। हाँ जी। बिन फार सार मरीच कै मारा जाए परे ओ लंका के द्वारा। इथों फिर ये दो राक्षस जिहड़े सी इन्हां दा वध कीता गया। ये नाम है ये फार ते सार। जाए परेओ लंका के द्वारा। हुण ये जिहड़े ने इन्हां ने जाके ते लंका दे विच फरियाद कीती है। हाँ जी। हन्यो सुबह राम पुन तूरन रिखवार कीनो मख संपूरन। आख्या कि जेड़े रामचंद्र ने उन्होंने बाहु नामी दैत जेड़ा है उसका वध कर दिता है। रेखवर कीनो मख संपूर्ण, ते वो जेड़ा विश्वामित्र है उन्हें अपना जग पूरा कर लिया। हाँ जी। तेह शिन जनक दूत चल आवा सुता सुवंबर जाहिर चावा। तह शिन जनक दूत चल आवा सुता सुवंबर जाहिर चावा। तेह शिन जनक दूत चल आवा। इन्हें नू राजे जनक दा दूत जेड़ा है वो विश्वामित्र जी कोल आउंदा है कि मुनि जी राजे जनक ने अपनी धी दा स्वंबर रचिया है। हुण वेखो किन्नी अमीर प्रथा सी हिंदुस्तान दी कि बकायदा शर्तां दे अधीन धी दा विआह कीता जांदा सी। योग वर जेड़ा सी वो लभ्या जांदा सी, ਉਹਦੀ परख की जाती सी और उन्होंने कह देंगे सी भी स्वंबर है जी। हाँ जी। लीन मुनि संग दोनों पाई गयो बदेह नगर जेह थाई। लीन मुनि संग दोनों भाई, ये जिहड़े विश्वामित्र जी सन ये श्री रामचंद्र जी ते लक्ष्मण नूं लैके ये राजे जनक दे देश चले गए, जिथे राजे ने अपनी धी दे विआह दा स्वंबर रचिया सी। एक शर्त रखी जाती सी कि दुनिया दे विचों कोई भी राजकुमार जे शर्त पूरी करेगा तो मेरी धी दा विआह उहदे नाल कीता जाएगा। और शर्त जिहड़ा हुंदे सी कुछ योग्यता मन्नी जाती सी। हाँ जी। तेह बहु भूपण गयो समाजा तन तोरन को सरयो न काजा। उत्थे एक धनुष रखा गया कि जेड़ा उस धनुष नूं तोड़ देगा उहदे गल विच विजयमाला पा दी जाएगी। वो शब्द विजयमाला है, असी उहदी बना ली जयमाला। ते हालात ये बन गए भी जेड़े मुंडे नूं 5-7 बंदे घोड़ी ते फड़ के चढ़ाउण वो भी इस गल ते अड़िया हुंदा है कि जयमाला तो जरूर पाउणी है जी, लावां मेरियां होण भावें ना होण।
ਤੁਸੀਂ ਵੇਖਿਆ ਹੀ ਹੈ ਵੀ ਅੱਜ ਕੱਲ੍ਹ ਮੁੰਡਾ ਘੋੜੀ ਤੇ ਕਿਵੇਂ ਚੜ੍ਹਦਾ, ਚੁੱਕ ਚਕਾ ਕੇ ਫੜ ਫੜਾ ਕੇ, ਕਿਰਪਾਨ ਉਹਨੇ ਪੁੱਠੀ ਫੜੀ ਹੁੰਦੀ ਹੈ। ਪਰ ਜੈਮਾਲਾ ਜ਼ਰੂਰ ਪਾਉਣੀ ਹੈ। ਉਹ ਜੈਮਾਲਾ ਨਹੀਂ ਭਰਾਵਾ, ਵਿਜੇ ਮਾਲਾ ਹੁੰਦੀ ਸੀ, ਤੇ ਵਿਜੇ ਮਾਲਾ ਉਹਦੇ ਗਲ ਪੈਂਦੀ ਸੀ ਜਿਹੜਾ ਲੜਕੀ ਦੀਆਂ ਸ਼ਰਤਾਂ ਪੂਰੀਆਂ ਕਰਦਾ ਸੀ ਜਾਂ ਲੜਕੀ ਦੇ ਬਾਪ ਦੀਆਂ। ਹੁਣ ਉਹ ਗੱਲਾਂ ਤੇ ਸਾਰੀਆਂ ਖੂਜ ਪੈ ਗਈਆਂ, ਨਕਲਾਂ ਅਸੀਂ ਕਰਦੇ ਆ। ਉਹ ਜਿਵੇਂ ਉਹ ਬੰਬੇ ਵਾਲੇ ਨੇ, ਉਹ ਐਕਟਿੰਗ ਹੀ ਕਰਦੇ ਨੇ ਨਾ। ਵੇਖੋ ਰੀਅਲ ਔਰ ਰੀਲ ਵਿੱਚ 10 ਬਹੁਤ ਵਾਰੀ ਬੇਨਤੀ ਕਰਦੇ ਵੀ ਬੜਾ ਫਰਕ ਹੈ। ਰੀਅਲ ਅਸਲੀਅਤ ਕੁਛ ਹੋਰ ਹੈ, ਪਰ ਰੀਲ ਉਹ ਇੱਕ ਫੀਤਾ ਹੈ ਫਿਲਮ ਦਾ। ਅੱਜ ਉਹੀ ਚੱਲਦੀ ਹੈ ਸਾਰੀਆਂ ਥਾਵਾਂ ਤੇ, ਭਾਵੇਂ ਟੀਵੀ ਤੇ ਬਹਿ ਜਾਓ, ਭਾਵੇਂ ਕਿਸੇ ਥੀਏਟਰ ਚਲੇ ਜਾਓ, ਐਕਟਿੰਗ ਹੋ ਰਹੀ ਹੈ। ਆਪਾਂ ਵੀ ਉਸੇ ਨਕਲ ਦੇ ਵਿੱਚ ਪ੍ਰਵਿਰਤ ਹੈਗੇ ਆ ਵੀ ਜੈਮਾਲਾ ਜ਼ਰੂਰ ਪਾਉਣੀ ਹੈ, ਘੋੜੀ ਭਾਵੇਂ ਮੁੰਡਾ ਚੜ੍ਹੇ ਨਾ ਚੜ੍ਹ ਸਕੇ। ਪਰ ਇੱਕ ਵੇਲਾ ਸੀ ਕਿ ਬਕਾਇਦਾ ਇੱਕ ਸ਼ਰਤ ਰੱਖ ਕੇ ਰਾਜਕੁਮਾਰ ਬੁਲਾਏ ਜਾਂਦੇ ਸੀ। ਜਿਹੜਾ ਸ਼ਰਤ ਪੂਰੀ ਕਰਦਾ ਸੀ, ਵਿਆਹੁਣ ਵਾਲੀ ਲੜਕੀ ਆਪ ਜਾ ਕੇ ਉਹਦੇ ਗਲ ਵਿੱਚ ਵਿਜੇ ਮਾਲਾ ਪਾਉਂਦੀ ਸੀ ਵੀ ਤੂੰ ਭਾਈ ਜਿੱਤ ਗਿਆ ਔਰ ਮੈਂ ਤੇਰੀ ਹੋ ਗਈ। ਔਰ ਉਸ ਤੋਂ ਬਾਅਦ ਬਕਾਇਦਾ ਉਹਦਾ ਵਿਆਹ ਹੁੰਦਾ ਸੀ। ਕੇਵਲ ਇੰਨਾ ਨਹੀਂ, ਉਸ ਤੋਂ ਬਾਅਦ ਬਾਕੀ ਸਾਰੇ ਸਗਨ ਵਿਹਾਰ ਉਸ ਤੋਂ ਬਾਅਦ ਕੀਤੇ ਜਾਂਦੇ ਸੀ। ਰਾਜੇ ਜਨਕ ਨੇ ਵੀ ਸ਼ਰਤ ਰੱਖੀ ਹੈ ਵੀ ਜੋ ਕੋਈ ਧਨੁਸ਼ ਤੋੜੇਗਾ ਉਹਦੇ ਗਲ ਵਿੱਚ ਮੇਰੀ ਧੀ ਜਿਹੜੀ ਹੈ ਉਹ ਵਿਜੇ ਮਾਲਾ ਪਾਏਗੀ। ਹਾਂਜੀ। ਮੋਨਰ ਜਾਹਿ ਤੇ ਉਠੇ ਰਘੁਵੇਸਾ, ਭੰਜੇ ਉਹ ਚਾਹਪੈ ਪਿਖਤ ਨਰੇਸਾ। ਕਹਿੰਦੇ ਨੇ ਵੀ ਉੱਥੇ ਰਾਵਣ ਵਰਗੇ ਲੋਕ ਵੀ ਆਏ ਸੀ, ਉਹਨਾਂ ਨੇ ਵੀ ਯਤਨ ਕੀਤਾ ਧਨੁਸ਼ ਨੂੰ ਤੋੜਨ ਦਾ, ਨਹੀਂ ਟੁੱਟਿਆ। ਫਿਰ ਵਿਸ਼ਵਾਮਿੱਤਰ ਨੇ ਸ਼੍ਰੀ ਰਾਮਚੰਦਰ ਜੀ ਨੂੰ ਇਸ਼ਾਰਾ ਕੀਤਾ ਵੀ ਤੁਸੀਂ ਜਾਓ ਔਰ ਤੁਸੀਂ ਜਾ ਕੇ ਤੋੜੋ, ਤੁਸੀਂ ਵੀ ਤਾਂ ਰਾਜੇ ਦਸ਼ਰਥ ਦੇ ਬੇਟੇ ਹੋ, ਰਾਜਕੁਮਾਰ ਹੋ। ਹਾਂਜੀ। ਜਨਕ ਸੁਤਾ ਸੀਤਾ ਜਿਹ ਨਾਮੂ, ਫੂਲ ਮਾਲ ਡਾਰੀ ਗਰ ਰਾਮੂ। ਭੰਜਿਓ ਚਾਂਪੈ ਪਿਖਤ ਨਰੇਸ਼ਾ। ਰਾਜੇ ਜਨਕ ਦੇ ਵੇਖਦਿਆਂ ਸ਼੍ਰੀ ਰਾਮਚੰਦਰ ਨੇ ਧਨੁਸ਼ ਤੋੜ ਦਿੱਤਾ। ਰਾਜੇ ਦੀ ਬੇਟੀ ਜਿਹੜੀ ਸੀਤਾ ਸੀ, ਉਹਨੇ ਆ ਕੇ ਫੁੱਲਾਂ ਦੀ ਮਾਲਾ ਸ਼੍ਰੀ ਰਾਮ ਜੀ ਦੇ ਗਲੇ ਵਿੱਚ ਪਾ ਦਿੱਤੀ। ਹਾਂਜੀ। ਬਹੁਰੋਹ ਦਸਰਥ ਲੀਨ ਬੁਲਾਈ, ਸੱਜ ਬਰਾਤ ਆਏ ਤੇਹ ਥਾਈ। ਫਿਰ ਰਾਜੇ ਜਨਕ ਨੇ ਰਾਜੇ ਦਸ਼ਰਥ ਨੂੰ ਬੁਲਾਇਆ, ਬਕਾਇਦਾ ਬਰਾਤ ਆਉਂਦੀ ਹੈ। ਵਿਧੀਵਤ ਸੀਤਾ ਜੀ ਦਾ ਸ਼੍ਰੀ ਰਾਮ ਜੀ ਦਾ ਵਿਆਹ ਕੀਤਾ ਜਾਂਦਾ ਹੈ। ਹਾਂਜੀ। ਚਾਰ ਪੁੱਤਰ ਕੋ ਕੀਨ ਬਿਆਹਾ, ਭਾਂਤੇ ਤਹਿਸ਼ਿਨ ਅਤਸ਼ੇ ਉਤਸ਼ਾਹ। ਇੱਥੇ ਹੀ ਕਵੀ ਜੀ ਲਿਖਦੇ ਨੇ ਕਿ ਚਾਰੇ ਪੁੱਤਰਾਂ ਦਾ ਵਿਆਹ ਜਿਹੜਾ ਸੀ ਉਹ ਸੰਪੂਰਨ ਹੁੰਦਾ ਹੈ। ਚਾਰ ਪੁੱਤਰ ਕੋ ਕੀਨ ਵਿਵਾਹਾ, ਭਾਤੇ ਛਿਨ ਅਤਸ਼ੈ ਉਤਸ਼ਾਹ। ਇੱਕ ਵਿਆਹ ਦੇ ਵਿੱਚ ਚਾਰ ਵਿਆਹ ਪੂਰੇ ਹੋ ਗਏ, ਚਾਰੋਂ ਭਰਾ ਹੀ ਵਿਆਹੇ ਗਏ। ਬੜਾ ਵੱਡਾ ਉਤਸਵ ਹੋਇਆ। ਜਨਕ ਵੀ ਰਾਜਾ ਸੀ, ਦਸ਼ਰਥ ਵੀ ਰਾਜਾ ਸੀ। ਹਾਂਜੀ। ਨਗਰ ਉਜਦਿਆ ਪੁਨ ਚਲ ਆਏ, ਕਿਤਕ ਦਿਵਸ ਜਬ ਬਿਤੇ ਬਿਤਾਏ। ਇਸ ਤਰ੍ਹਾਂ ਪੁੱਤਰਾਂ ਨੂੰ ਵਿਆਹ ਕੇ ਰਾਜਾ ਦਸ਼ਰਥ ਫਿਰ ਵਾਪਸ ਆਪਣੇ ਰਾਜ ਅਯੁੱਧਿਆ ਵਿੱਚ ਆ ਗਿਆ। ਬਹੁਤ ਸਮਾਂ ਇਸ ਤਰ੍ਹਾਂ ਖੁਸ਼ੀ ਵਿੱਚ ਬਤੀਤ ਹੁੰਦਾ ਗਿਆ। ਹਾਂਜੀ। ਭਰਤ ਬਦੇਸ਼ ਕੀਨ ਤਬ ਗਵਨੰ, ਰਘੂਬਰ ਰਚੁਰ ਬਿਰਾਜੇ ਭਵਨੰ। ਭਰਤ ਬਦੇਸ਼ ਕੀਨ ਤਬ ਗਵਨੰ। ਜਿਹੜਾ ਭਰਤ ਸੀ ਉਹ ਵਿਦੇਸ਼ ਚਲਾ ਗਿਆ, ਤੇ ਜਿਹੜੇ ਰਾਮਚੰਦਰ ਜੀ ਸਨ ਉਹ ਅਯੁੱਧਿਆ ਹੀ ਰਹੇ। ਹਾਂਜੀ। ਦਸ਼ਰਥ ਆਪਨ ਅਵਸਥਾ ਦੇਖੀ, ਦੇਹੋਂ ਰਾਜ ਸੁਤ ਚਾਹੇ ਬਸੇਖੀ। ਰਾਜੇ ਦਸ਼ਰਥ ਨੇ ਫੈਸਲਾ ਕੀਤਾ ਕਿ ਮੇਰੀ ਉਮਰ ਵੱਡੀ ਹੈ ਤੇ ਕਿਉਂ ਨਾ ਹੋਵੇ ਮੈਂ ਆਪਣਾ ਰਾਜ ਭਾਗ ਜਿਹੜਾ ਹੈ ਉਹ ਆਪਣੇ ਵੱਡੇ ਪੁੱਤਰ ਨੂੰ ਰਾਮ ਜੀ ਨੂੰ ਸੌਂਪ ਦਿਆਂ। ਹਾਂਜੀ।
ਅਬ ਖੇਕਣ ਕੋ ਸਮਾ ਵਿਚਾਰੀ ਸਰਬ ਸੌਜ ਕੀਨੀ ਜਬ ਤਿਆਰੀ। ਬਕਾਇਦਾ ਜਿਹੜੇ ਜੋਤਸ਼ੀ ਸਨ, ਜਿਹੜੇ ਪੰਡਤ ਲੋਕ ਸਨ, ਉਹਨਾਂ ਨੇ ਸਮੇਂ ਦੀ ਵਿਚਾਰ ਕੀਤੀ ਕਿ ਇਹ ਸਮਾਂ, ਇਹ ਯੋਗ ਠੀਕ ਹੈ, ਇਸ ਵੇਲੇ ਇਹ ਰਾਜ ਤਿਲਕ ਹੋਣਾ ਚਾਹੀਦਾ। ਹੁਣ ਵੇਖੋ, ਜੇ ਪਤਾ ਹੁੰਦਾ ਕਿ ਤੇ ਹੋਣਾ ਹੀ ਨਹੀਂ ਤੇ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਵੀ ਰਾਜਾ ਇਹਦਾ ਕੀ ਫਾਇਦਾ। ਪਤਾ ਉਹਨਾਂ ਨੂੰ ਵੀ ਨਹੀਂ ਸੀਗਾ। ਇੱਕ ਸਮਾਂ ਨਿਸ਼ਚਿਤ ਕਰ ਦਿੱਤਾ ਗਿਆ। ਅਬ ਖੇਕਨ, ਅਬ ਖੇਕਨ ਤੋਂ ਭਾਵ ਹੈ ਉਹ ਲੋਕ ਜਿਹੜੇ ਰਾਜ ਤਿਲਕ ਦਿੰਦੇ ਨੇ, ਜਿਹੜੇ ਸਮੇਂ ਨੂੰ ਸੋਧਦੇ ਨੇ, ਮਹੂਰਤ ਕੱਢਦੇ ਨੇ ਕਿ ਇਹ ਵਕਤ ਠੀਕ ਹੈ। ਸਮਾਂ ਨਿਸ਼ਚਿਤ ਹੋ ਗਿਆ ਕਿ ਇਸ ਵਕਤ ਰਾਜੇ ਦਸ਼ਰਥ ਦੇ ਵੱਡੇ ਪੁੱਤਰ ਨੂੰ ਜਿਹੜਾ ਰਾਜ ਤਿਲਕ ਹੈ ਉਹ ਲਗਾਇਆ ਜਾਏਗਾ। ਹਾਂਜੀ। ਸੁਣਤ ਕਹਿ ਕਈ ਕੋ ਮਨ ਸ਼ੋਭਾ ਰਾਜ ਲੈਨ ਸੁਤ ਕੋ ਪਾਲੋਬਾ। ਜਿਹੜੀ ਕਕਈ ਸੀ ਰਾਜੇ ਦਸ਼ਰਥ ਦੀ, ਜਿਹੜੀ ਦੂਜੇ ਨੰਬਰ ਦੀ ਰਾਣੀ ਸੀ, ਉਹਨੇ ਇਸ ਗੱਲ ਦੀ ਈਰਖਾ ਕੀਤੀ ਕਿ ਪਹਿਲਾਂ ਮੈਂ ਦੂਜੇ ਨੰਬਰ ਤੇ ਰਹੀ, ਹੁਣ ਸਾਰੀ ਉਮਰ ਮੇਰਾ ਪੁੱਤਰ ਵੀ ਦੂਜੇ ਨੰਬਰ ਤੇ ਹੀ ਰਹੇਗਾ। ਤੇ ਅੱਗੋਂ ਰਾਜੇ ਦਸ਼ਰਥ ਦੇ ਵੱਡੇ ਪੁੱਤਰ ਰਾਮ ਦੇ ਵਾਂਗ, ਜਿਹੜਾ ਰਾਮ ਦਾ ਵੱਡਾ ਪੁੱਤਰ ਹੋਏਗਾ ਉਹ ਰਾਜਾ ਬਣ ਜਾਏਗਾ। ਮੇਰੇ ਪੁੱਤਰ ਨੂੰ ਜਾਂ ਮੇਰੀ ਵੰਸ਼ ਨੂੰ ਤਾਂ ਰਾਜ ਮਿਲੇਗਾ ਹੀ ਨਹੀਂ। ਉਹਨੇ ਇਸ ਗੱਲ ਦੀ ਈਰਖਾ ਕੀਤੀ, ਉਹ ਰੁੱਸ ਕੇ ਬਹਿ ਗਈ ਆਪਣੇ ਮਹਿਲਾਂ ਵਿੱਚ। ਹਾਂਜੀ। ਜਬ ਭੂਪਤ ਤਹਿ ਪਵਨ ਪਧਾਰਾ ਰਹੀ ਰੂਠ ਨਹਿ ਬਚਨ ਉਚਾਰਾ। ਰਾਜਾ ਕਕਈ ਨੂੰ ਪਿਆਰ ਕਰਦਾ ਸੀ। ਹੁਣ ਇਹ ਜਦੋਂ ਮਹਿਲਾਂ ਵਿੱਚ ਗਿਆ ਤੇ ਉਹਨੇ ਇਸ ਨੂੰ ਬੁਲਾਇਆ ਤੱਕ ਵੀ ਨਹੀਂ। ਇਹਨੇ ਆਪਣਾ ਰੋਸ ਪ੍ਰਗਟ ਕੀਤਾ। ਹਾਂਜੀ। ਬਿਸਮਾਨਿਓ ਨ੍ਰਿਪ ਲਖ ਭੈ ਨਾਰੀ ਚੰਦ ਬਦਨ ਹੈ ਪ੍ਰਾਨ ਪਿਆਰੀ। ਰਾਜਾ ਬੜਾ ਹੈਰਾਨ ਹੋਇਆ ਵੀ ਕਦੇ ਇਸ ਤਰ੍ਹਾਂ ਹੋਇਆ ਤਾਂ ਨਹੀਂ ਮੇਰੇ ਪਰਿਵਾਰ ਵਿੱਚ। ਅਖੀਰ ਉਹਨੇ ਜਾ ਕੇ ਕਿਹਾ ਵੀ ਹੇ ਚੰਦ ਬਦਨ, ਚੰਦਰਮਾ ਵਰਗੀ ਮੇਰੀ ਸੁੰਦਰ ਰਾਣੀ, ਵੀ ਤੈਨੂੰ ਹੋਇਆ ਕੀ ਹੈ? ਰੁੱਸਣ ਦਾ ਕਾਰਨ ਕੀ ਹੈ? ਮੇਰੇ ਨਾਲ ਨਾ ਬੋਲਣ ਦਾ ਕੀ ਕਾਰਨ ਹੈ? ਹਾਂਜੀ। ਚਾਹੋ ਜੋ ਲਿਹੋ ਕਰੋ ਕਿਉਂ ਰੋਸੂ ਕਿਹ ਨਹਿ ਕੀਨ ਆਜ ਤਬ ਦੋਸ਼ੂ। ਕੀ ਅੱਜ ਕਿਸੇ ਨੇ ਤੇਰੇ ਨਾਲ ਕੋਈ ਮਾੜਾ ਬੋਲਿਆ, ਕੋਈ ਭੈੜਾ ਸਲੂਕ ਕੀਤਾ, ਜਾਂ ਤੇਰੇ ਮਨ ਦੀ ਕੋਈ ਇੱਛਾ ਹੈ, ਕੋਈ ਚੀਜ਼ ਲੈਣੀ ਹੈ ਤੂੰ, ਤੇ ਮੈਂ ਰਾਜਾ, ਮੇਰੇ ਘਰ ਕਿਸ ਗੱਲ ਦੀ ਕਮੀ ਹੈ? ਤੂੰ ਜੋ ਕਵੇਂ ਮੈਂ ਤੈਨੂੰ ਲੈ ਕੇ ਦਿਆਂਗਾ। ਹਾਂਜੀ। ਸੁਣ ਕਹਿ ਬੋਲੀ ਲਾਲਸ ਮਨ ਕੀ ਪ੍ਰਤਪਾਲਾ ਕਰ ਆਪਨ ਬਚਨ ਕੀ। ਅੱਗੋਂ ਕਈ ਕਹਿਣ ਲੱਗੀ ਰਾਜਾ ਤੂੰ ਮੇਰੇ ਨਾਲ 2 ਵਾਅਦੇ ਕੀਤੇ ਸੀ। ਅੱਜ ਪਹਿਲੀ ਗੱਲ ਉਹਨਾਂ ਨੂੰ ਚੇਤੇ ਕਰ, ਦੂਜੀ ਗੱਲ ਉਹਨਾਂ ਨੂੰ ਪੂਰਾ ਕਰ ਕਿ ਤੂੰ ਮੇਰੇ ਨਾਲ ਪ੍ਰੋਮਿਸ ਕੀਤੇ ਸੀ, 2 ਵਾਅਦੇ ਕੀਤੇ ਸੀ, ਤੂੰ ਮੈਨੂੰ ਬਚਨ ਦਿੱਤੇ ਸੀ। ਉਹ ਪਹਿਲਾਂ ਚੇਤੇ ਕਰ, ਫਿਰ ਉਹ ਪੂਰੇ ਕਰ। ਹਾਂਜੀ। ਦਵੈ ਬਾਰ ਨੇ ਨ ਕਹੇ ਜੋ ਮੋਹੂ ਸੋ ਨਹਿ ਦੇਹੋ ਭਇਓ ਮੁਝ ਰੋਹੂ। ਉਹ ਮੈਨੂੰ ਦੋਵੇਂ ਵਰ ਅੱਜ ਚਾਹੀਦੇ ਨੇ ਤੇ ਮੈਨੂੰ ਲੱਗਦਾ ਵੀ ਉਹ ਵਰ ਮੇਰੇ ਪੂਰੇ ਹੋਣੇ ਨਹੀਂ, ਤੂੰ ਦੇਣੇ ਨਹੀਂ, ਤੇ ਇਸ ਕਰਕੇ ਮੇਰੇ ਮਨ ਵਿੱਚ ਰੋਸ ਹੈ। ਹਾਂਜੀ। ਦੇਹੋ ਅਬੇ ਤਉ ਜੀਵਨ ਮੇਰਾ ਨਾ ਤੁਰ ਮਰਨ ਲਖੋਂ ਇਸ ਬੇਰਾ। ਜੇ ਤੇ ਰਾਜਾ ਤੂੰ ਮੈਨੂੰ ਉਹ 2 ਵਰ ਦੇ ਦੇਵੇਂ ਤੇ ਮੈਂ ਜਿਉਂਦੀ ਰਵਾਂਗੀ, ਨਹੀਂ ਤੇ ਮੈਂ ਫੈਸਲਾ ਕਰ ਲਿਆ ਕਿ ਮੈਂ ਪ੍ਰਾਣ ਤਿਆਗ ਦੇਣੇ ਨੇ। ਇਹ ਜਿਹੜਾ ਤੇਰਾ ਅਬਖੇਕਨ ਹੈ,
राज तिलक का ड्रामा जिहड़ा है, इस तो पहला मैं मर जांगी, मैं अपने प्राण त्याग देवांगी। हाँ जी। नृप नह कहो चाहे जो लीजै, बोली राज तात मोहे दीजै। राजा कहन लगा भी मरन वाली किहड़ी गल इहदे च, उन्हें सोचा भी नहीं सीगा कि ये वो मंगेगी जिहड़ा सचमुच ही मेरे लिए देना औखा होएगा। कहन लगा तैनूं मरण की की लोड़ है। नृप ने कहे हो चाहे जो लीजै, दस की चाहिदा, मैनू याद है मैं तेरे नाल वादा कीता सी ते मैं वो तैनूं वर देवांगा। बोली राज तात मोहे दीजै। ते कई अगों कहन लगी फिर पहली गल तो यह है कि राज तिलक जिहड़ा है कुशल्या दे पुत्र नूं नहीं मिलना चाहिए, वो ककई दे पुत्र नूं मिलना चाहिए। ये ककई पुत्र, कुशल्या पुत्र, सुमित्रा पुत्र चले ही इत्थों है, क्योंकि बाप एक हुंदा सी, मावां कई हुंदियां सी। हुण जे बाप की गल करिए तो सारे दशरथ दे बेटे ने, पर जे उन्होंने अगों वंड करके दसना होवे तो इसे करके फिर वो प्यो का नाम विचों कढ़ दिता जाता सी। अज तुसीं बाहर जाओगे तो बाहरले मुल्कां दे विच जिवें साडे च सन ऑफ है, उत्थे माँ का ही नाम लिखिया जाता है, क्योंकि पिता एक बच्चे दे कई हो सकते हैं, मावां कई नहीं हो सकदियां। 2 4 5 मावां दे पेट च बच्चा नहीं पढ़ता, बच्चा एक माँ के पेट च ही पढ़ता। पर माँ विआह करी जावे 2 4 5 7 तो प्यो 5 7 क्लेम कर सकते हैं भी मैं भी प्यो हाँ जी, मैं भी प्यो हाँ जी। हुण कई कहन लगी भी मेरे पुत्र नूं राज तिलक मिलना चाहिए, कुशल्या दे पुत्र नूं नहीं मिलना चाहिए। बोली राज तात मोहे दीजै, ये राज मेरे पुत्र नूं दिओ। हाँ जी। भूपत अपनो बचन न हारियो, देव राज तह बहुत तिकारियो। राजा कहन लगा मैनू मंजूर है, मैं अपना धर्म नहीं गवावांगा, मैं तेरे नाल बचन कीते ने, मैं अपने बचन पूरे करांगा। मैं तो बहुत बारी बेनती करदा भी अजकल का जमाना हुंदा, वो कई बंदियां नूं आदत है बड़ी, गल गल ते 100 खाई जाते हैं, तो जो उन्होंने कहिए ना भी तू 100 खा लेना है, वो कहता बंदा रोटियां 10 12 खा लेंदा, एक 100 खा ली तां की हो गया। कई तो इन्नियां रोटियां नहीं खाते जिन्नियां रोज 100 खा लेंदे ने। कई इस गल की कीमत नहीं जानते, पर जे अज तो असी मेरे ख्याल 100 साल भी पिछे चले जाइए तो लोग किते ना किते अपनी कीती गल दे उपर खलोंदे सी, अपना धर्म निभाउंदे सी। लिखा पढ़ी दी नहीं, अगला कहता सी नहीं जी मैनू तुहाडी जुबान ते विश्वास है। जुबानी कलामी सब वरतो विहार चलते सीगे, कोई लिखा पढ़ी नहीं सी करदा, ना लोड़ पैंदी सी करन दी। राजे दशरथ ने अपना धर्म निभा दिता, श्री रामचंद्र नूं छड्ड के ककई दे पुत्र भरत नूं राज तिलक दे दिता। हाँ जी। दूसर बार रघुबर बनवासा, सुन नृप तजी जियन की आसा। ककई ने एक काम नहीं किया, 2 कीते। वो जानती सी कि जे मेरे छोटे पुत्र नूं राजा बना भी दिता जाए तो घर का या समाज का वातावरण ऐसा है कि मेरे पुत्र नूं राजा हुंदियां भी सवेरे उठ के कशल्या दे पुत्र नूं जाके मत्था टेकना पैना है, वड्डा भरा होने के नाते जाके पुछना भी पैना भी भराता श्री आ काम किवें करना है, तो आ काम किवें करना है। क्योंकि ये तो गल पक्की है ना कि तिलक जिन्हों मर्जी मिल जाए, जिहड़ी पिता वाली पगड़ी है जिम्मेवारी उत्ते वड्डे पुत्र नूं ही मिलनी है। मर्यादा तो ही कहती है, समाज की जिहड़ी मर्यादा वो इहो ही है, धर्म की नहीं है, समाज की। बहुत मैं तो कई बारी बेनती करदा भी साडा जिहड़ा इंडियन समाज है ये बहुत अमीर है, साडा कल्चर बड़ा अमीर सी। दुख तो इस गल का है
कि जदों कल्चर का एग्रीकल्चर बना के तो पट्ठिया वांगू कुतर कातर के मझां गावां दीयां खुरलियां भर दित्तियां सी, सब खत्म कर दिता। कई कहन लगी जी पहला वार यह है कि मेरे पुत्र नूं राज मिले, तो दूजा वार ये दिओ मैनू कि जिहड़ा कशल्या दा पुत्र है ये 14 साल जंगल विच रहेगा। भाव उदों तक दुनिया भुल जाएगी, उदों तक मेरे पुत्र का जिहड़ा राज भाग है वो कंट्रोल विच आ जाएगा, लोकां विच भरत भरत हो जाएगी, इनू पुछेगा ही कोई नहीं। मुड़ के आए राम नू किन्ने पुछना है? मेरे पुत्र दा उदों तक पूरा तेज प्रताप बल जिहड़ा है वो स्थापित हो जाएगा। हाँ जी। रामचंद्र तब विपिन पधारे, सीता लक्ष्मण लीन श्रृंगारे। तदों श्री रामचंद्र जंगल नू चले गए तो सीता कहन लगी जी मैं थोड़े बगैर इत्थे की करना है, मैनू राज भाग नहीं चाहिए। अजकल की बीबी होंदी तो उन्हें कहना सी कोई नहीं जी तुसी जाओ मैं इत्थे रहनी है, तो कोई नहीं तुसी आ ही जाना है। नहीं, वो कहन लगी मैं थोड़े बिना नहीं रहना। ये सतगुरु की बाणी च दर्ज है, धूड़ी विच लुड़ंदड़ी सोहा नानक तैं शह नाले। जिवें जीव रूपी आत्मा परमात्मा नूं कहंदी है ना, ये जिहड़ा संसारी रिश्ता साडा इस्त्री पुरख वाला, इसे करके ते लावां दा पाठ प्रवान हो गया, पल्ले दा प्रवान शब्द भी प्रवान हो गया। नहीं तो गल्लां ते सारियां आत्मा परमात्मा दियां ने। नहीं किते जाके इस रिश्ते नूं भी ये आत्मा परमात्मा दे वांग इनू पवित्र मन्निया गया सी। इस्त्री दा पुरख दा आपस में जिहड़ा रिश्ता सीगा उन्होंने इस कदर जीविया जांदा सी। सीता कहन लगी जी मैं तो इत्थे नहीं रहना, लक्ष्मण कहन लगा जी मैं भी नहीं रहना, राज भाग तो मैं की लेना है, मैं अपने वड्डे भरा नाल रवांगा। जदों लक्ष्मण भी तुर पिया, सीता भी चल पई, ते राजे दशरथ ने जिंदगी जीउण दा जिहड़ा सुन नृप तजी जीवन की आस, उन्हें आस ही छड्ड दित्ती। वो कहंदा भी जदों इहो जिहा पाप मेरे हत्थों करवा दिता गया है तो मैनू जिउंदे रहण दा की आके लोग मैनू सारी उम्र कोसणगे। जदों महलों तो बाहर निकलांगा उदों लोग कहणगे भी आ राजा तू चंगा जनानी मगर ला के सत्यानाश कीता ही। ये तो मान लिया भी चलो एक जनानी नूं तू ज़्यादा प्यार करदा होएगा, दूजियां नूं घट करदा होएगा, पर राजे का एक धर्म हुंदा है भी ऐदा थोड़ा हुंदा है। तो कि तू तो योग्यता ही नहीं वेखी, क्योंकि राजे का संबंध प्रजा नाल हुंदा है। राजे का संबंध केवल तुहाडे वंश नाल, तुहाडे परिवार नाल नहीं है, इहदा वंश नाल बहुत वड्डा संबंध नहीं है, इहदा संबंध प्रजा नाल बहुत वड्डा है। क्योंकि तखत राजा सोभ है जे तखत लायक होई, योग्यता होनी चाहिए है, नहीं तो रावण वाली गल ही है। फिर ओवर रूलिंग करके वो बनते जाएगा राजा। पर अज तुसी वेख लो, 1 लाख पूत 1.25 लाख नाती ते रावण घर दिया ना बाती। उन्हें घर को आग लगी, घर के चिराग से सारा घर ही साड़ देता उन्हें। जे लंका सोने दी उन्हें बनाई, जे बाग उन्हें बनाए, जे एडा वड्डा राज साम्राज उन्हें खड़ा किया तो खत्म भी उन्हें आप ही किया। रावण दी लंका सड़न दे विच तुहाडा मेरा हाथ नहीं है, ये रावण दा अपना ही हाथ है। छोटे हुंदे पढ़ते सी ना, बड़ी वधिया गल, क्यों मेरे वर्गा बच्चा सी ते उसी नलायक, उहदा ध्यान हुंदा नहीं सी पढ़न च। तो मास्टर ने पूछा भी दसो भाई धनुष किन्ने तोड़िया। हुण हाजिर हुंदा तो उन्होंने पता हुंदा भी गल तो रामायण दी हो रही है,
ਉਹਨੂੰ ਪੁੱਛਿਆ ਇਹ ਧਨੁਸ਼ ਕਿਹਨੇ ਤੋੜਿਆ, ਉੱਠ ਕੇ ਆਂਦਾ ਸਰ ਮੈਂ ਤਾਂ ਨਹੀਂ ਤੋੜਿਆ। ਰਾਵਣ ਦੀ ਲੰਕਾ ਨੂੰ ਅੱਗ ਨਾ ਤੁਸੀਂ ਲਾਈ ਨਾ ਮੈਂ ਲਾਈ, ਉਹ ਨਾ ਸੀਤਾ ਜੀ ਦਾ ਹਰਨ ਕਰਦਾ ਤੇ ਨਾ ਉਹਦੀ ਲੰਕਾ ਸੜਦੀ, ਨਾ ਉਹਦਾ ਬਾਗ ਪੁੱਟਿਆ ਜਾਂਦਾ, ਨਾ ਹੀ ਉਹ ਦਹਿਸ਼ਰ ਦਾ ਸਿਰ ਖਤਮ ਹੁੰਦਾ। ਵੇਖੋ ਇਹ ਤਾਂ ਸਾਡੀ ਤਵਾਰੀਖ ਦੱਸਦੀ ਹੈ ਕਿ ਜਦੋਂ ਰਾਵਣ ਨੇ ਜਾ ਕੇ ਸੀਤਾ ਵਰਗੀ ਇੱਕ ਸਤੀ ਸਵਿਤਰੀ ਔਰਤ ਦਾ ਹਰਨ ਕੀਤਾ ਹੈ ਤੇ ਉਹਦੇ ਬਦਲੇ ਵਿੱਚ ਉਹਦਾ ਸਾਰਾ ਸਾਮਰਾਜ ਹੀ ਖਤਮ ਹੋ ਜਾਂਦਾ ਹੈ। ਹਾਂਜੀ। ਪੁਰ ਆਤੁਰ ਅਤ ਉਰ ਨਰ ਨਾਰੀ, ਰਾਮ ਬਿਰਹਿ ਵਿਆਪਿਓ ਦੁਖ ਭਾਰੀ। ਦਸ਼ਰਥ ਦੇ ਮਰਨ ਤੋਂ ਬਾਅਦ ਕਹਿੰਦੇ ਕਿ ਜਿਹੜਾ ਅਯੁੱਧਿਆ ਦਾ ਪ੍ਰਬੰਧ ਸੀ ਨਾ ਉਹ ਹਿੱਲ ਗਿਆ। ਪੂਰੇ ਰਾਜ ਭਾਗ ਦੇ ਵਿੱਚ ਲੋਕ ਰੋਂਦੇ ਹੁੰਦੇ ਸੀ ਵੀ ਇਹ ਹੋਇਆ ਕੀ ਹੈ, ਕਿਉਂਕਿ ਲੋਕ ਰਾਜੇ ਨੂੰ ਆਪਣਾ ਪ੍ਰਜਾਪਤੀ ਮੰਨਦੇ ਸੀ। ਹੁਣ ਰਾਜਾ ਤੇ ਸਾਡਾ ਵੀ ਉਹ ਘੜੀ ਕੁ ਮਗਰੋਂ ਆ ਕੇ ਟੀਵੀ ਅੱਗੇ ਰੋਣ ਲੱਗ ਪੈਂਦਾ। ਉਹ ਕਿਸੇ ਨੇ ਪਾਈ ਹੈ ਮਨਮੋਹਨ ਸਿੰਘ ਦੀ ਪੋਸਟ, ਉਹ ਕਹਿੰਦਾ ਵੀ ਮੇਰੀ ਛਾਤੀ ਤੇ ਨਹੀਂ ਸੀ 56 ਇੰਚ ਦੀ ਪਰ ਮੈਂ ਕਦੇ ਰੋਇਆ ਨਹੀਂ। ਕਹਿੰਦਾ ਇਹ ਪਤਾ ਨਹੀਂ ਕਿਉਂ ਰੋਈ ਜਾਂਦਾ। ਵੀ ਰੋਣ ਨਾਲ ਕੀ ਹੁੰਦਾ, ਲੋਕਾਂ ਨੂੰ ਆਕਸੀਜਨ ਚਾਹੀਦੀ ਹੈ, ਲੋਕਾਂ ਨੂੰ ਵੈਂਟੀਲੇਟਰ ਚਾਹੀਦੇ ਨੇ। ਘੜੀ ਕੁ ਮਗਰੋਂ ਆ ਕੇ ਰੋਣ ਲੱਗ ਜਾਓ, ਰੋਣ ਨਾਲ ਕੀ ਹੋਏਗਾ? ਰੋਣ ਨਾਲ ਲੋਕਾਂ ਨੂੰ ਕਮਲਾ ਬਣਾਇਆ ਜਾ ਸਕਦਾ, ਬੁੱਧੂ ਬਣਾਇਆ ਜਾ ਸਕਦਾ, ਲੋਕਾਂ ਦੀ ਮਦਦ ਨਹੀਂ ਕੀਤੀ ਜਾ ਸਕਦੀ। ਲੋਕਾਂ ਨੂੰ ਕਮਲਾ ਤੇ ਕੀਤਾ ਜਾ ਸਕਦਾ ਹੈ, ਪਰ ਚਾਹੀਦਾ ਤੇ ਸੀ ਵੀ ਪ੍ਰਬੰਧ ਕੀਤਾ ਜਾਂਦਾ। ਹੁਣ ਇੱਥੇ ਪੁਰ ਆਤਰ ਅਤ ਉਰ ਨਰ ਨਾਰੀ, ਪੂਰੀ ਅਯੁੱਧਿਆ ਦੇ ਵਿੱਚ ਲੋਕ ਕਮਲੇ ਹੋ ਗਏ ਰੋ ਰੋ ਕੇ ਵੀ ਇਹ ਕੀ ਬਣਿਆ। ਇਹ ਤੇ ਰਾਜ ਪ੍ਰਬੰਧ ਦਾ ਸਿਸਟਮ ਹੀ ਖਰਾਬ ਹੋ ਗਿਆ। ਰਾਮ ਬਿਰਹਿ ਵਿਆਪਿਓ ਦੁੱਖ ਭਾਰੀ, ਲੋਕ ਰਾਜੇ ਦਸ਼ਰਥ ਦੇ ਪੁੱਤਰ ਸ਼੍ਰੀ ਰਾਮ ਨੂੰ ਬਹੁਤ ਪਿਆਰ ਕਰਦੇ ਸੀ, ਉਹ ਵਿਆਕਲ ਹੋ ਗਏ, ਬਹਿਬਲ ਹੋ ਗਏ। ਹਾਂਜੀ। ਸੁਤ ਕੇ ਬਿਰਹਿ ਦਸਰਥ ਤਨ ਸ਼ੋਰਾ, ਪ੍ਰੀਤਮ ਪ੍ਰਾਨ ਨਿਭਾਇਓ ਓਰਾ। ਹੁਣ ਜਿਹੜਾ ਰਾਜਾ ਦਸ਼ਰਥ ਸੀ, ਉਹ ਕਹਿੰਦੇ ਉਹ ਆਪਣੇ ਮਹਿਲਾਂ ਦੀ ਅਟਾਰੀ ਵਿੱਚ ਬਹਿ ਗਿਆ ਤੇ ਜਿੱਥੋਂ ਤੱਕ ਉਹਨੂੰ ਆਪਣਾ ਪੁੱਤਰ ਜਾਂਦਾ ਜੰਗਲ ਨੂੰ ਦਿਸਦਾ ਰਿਹਾ, ਉਹ ਵੇਖਦਾ ਰਿਹਾ। ਜਦੋਂ ਦਿਸਣੋਂ ਹਟ ਗਿਆ ਤੇ ਉਹਨੇ ਆਪਣੇ ਪ੍ਰਾਣ ਤਿਆਗ ਤੇ। ਪਰ ਪਿਤਾ ਦੀ ਮੌਤ ਸੁਣ ਕੇ ਵੀ ਸ਼੍ਰੀ ਰਾਮਚੰਦਰ ਵਾਪਸ ਨਹੀਂ ਆਏ। ਉਹਨਾਂ ਕਿ ਨਹੀਂ, ਮੈਨੂੰ ਪਿਤਾ ਨਹੀਂ ਕਿਹਾ ਤੂੰ 14 ਸਾਲ ਜੰਗਲ ਵਿੱਚ ਰਹਿਣਾ ਹੈ। ਨਹੀਂ ਤੇ ਚਾਹੀਦਾ ਤੇ ਸੀ ਵੀ ਹੁਣ ਬਾਪ ਮਰ ਗਿਆ ਤੇ ਪ੍ਰਬੰਧ ਤੇ ਕਰਨਾ ਹੈ ਕਿ ਨਹੀਂ ਕਰਨਾ। ਅੱਜ ਕੱਲ੍ਹ ਦੇ ਪੋਲੀਟੀਸ਼ੀਅਨ ਇੱਦਾਂ ਹੀ ਸੂਹਾਂ ਤੋੜ ਲੈਂਦੇ ਨੇ ਆਪਣੀਆਂ, ਵੀ ਨਹੀਂ ਜੀ ਮੇਰੇ ਬਿਨਾਂ ਕਿਵੇਂ ਕੰਮ ਹੋ ਸਕਦਾ। ਰਾਜੇ ਦਸ਼ਰਥ ਦੀ ਮੌਤ ਵੀ ਹੋ ਗਈ, ਪਰ ਸ਼੍ਰੀ ਰਾਮਚੰਦਰ ਆਪਣੇ ਪਿਤਾ ਦੇ ਹੁਕਮ ਨੂੰ ਤੋੜਦੇ ਨਹੀਂ। ਉਹ ਫਿਰ ਵੀ ਚਲੇ ਜਾਂਦੇ ਨੇ ਜੰਗਲ ਵਿੱਚ, ਕਹਿੰਦੇ ਨਹੀਂ ਮੈਂ ਪਿਤਾ ਜੀ ਦਾ ਬਚਨ ਪੂਰਾ ਕਰਾਂਗਾ, ਮੈਂ 14 ਸਾਲ ਬਨਵਾਸ ਕੱਟ ਕੇ ਹੀ ਵਾਪਸ ਆਵਾਂਗਾ। ਹਾਂਜੀ। ਰਿਖ ਵਿਸ਼ਿਸ਼ਟ ਦੇਖਿਓ ਅਸਹਾਲਾ, ਭਰਤ ਬੁਲਾਏ ਪਠੇ ਤਤਕਾਲਾ। ਤਦੋਂ ਫਿਰ ਰਿਖੀ ਵਸ਼ਿਸ਼ਟ ਜੀ ਨੇ ਭਰਤ ਨੂੰ ਬੁਲਾਇਆ ਵੀ ਆ ਕੇ ਰਾਜ ਪ੍ਰਬੰਧ ਸੰਭਾਲ ਬਈ। ਤੇਰੀ ਮਾਂ ਨੇ ਤੇ ਤੇਰੇ ਵਾਸਤੇ ਰਾਜ ਤਿਲਕ ਰਿਜ਼ਰਵ ਕਰ ਲਿਆ ਹੈ। ਰਾਮਚੰਦਰ ਬਨਵਾਸ ਚਲੇ ਗਏ ਨੇ, ਲਕਸ਼ਮਣ ਵੀ ਚਲਾ ਗਿਆ ਹੈ, ਸੀਤਾ ਵੀ ਚਲੀ ਗਈ ਹੈ, ਪਿਤਾ ਤੇਰੇ ਨੇ ਪ੍ਰਾਣ ਤਿਆਗ ਦਿੱਤੇ ਨੇ, ਤੇ ਤੂੰ ਵਾਪਸ ਆ। ਉਹਨੂੰ ਵਾਪਸ ਅਯੁੱਧਿਆ ਬੁਲਾਇਆ ਗਿਆ। ਹਾਂਜੀ। ਆਣ ਦੀਖ ਜਬ ਸਰਬ ਕੁਚਾਲੀ, ਵਿਆਪੀ ਔਰ ਮੈਂ ਪੀਰ ਵਿਸਾਲੀ। ਭਰਤ ਨੇ ਆ ਕੇ ਕੀ ਵੇਖਿਆ ਵੀ ਇਹ ਤੇ ਕੁਚਾਲ ਹੋ ਗਈ, ਬਹੁਤ ਮਾੜਾ ਹੋਇਆ।
ਇਹ ਤੇ ਉਹ ਹੋਇਆ ਜਿਹੜਾ ਨਹੀਂ ਸੀ ਹੋਣਾ ਚਾਹੀਦਾ। ਅੱਜ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।